ਸਾਰਿਆਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ। ਦੋਸਤੋ, ਕੋਵਿਡ ਦਾ ਪ੍ਰਕੋਪ ਉਸ ਤਰ੍ਹਾਂ ਹੀ ਜਾਰੀ ਹੈ, ਉਸੇ ਸਥਿਤੀ ਚੱਲ ਰਹੀ ਹੈ। ਅਤੇ ਇਸ ਦੇ ਦਰਮਿਆਨ ਸੀਐਮ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਮੀਟਿੰਗ ਕਰਕੇ ਉਹਨਾਂ ਨੇ ਆਪਣੇ ਵੱਲੋਂ ਇਸ ਗੱਲ ਦੀ ਜਿਹੜੀ ਲੋਕਾਂ ਦੇ ਅੰਦਰ ਇਹ ਭਾਵਨਾ ਪਾਈ ਜਾ ਰਹੀ ਸੀ, ਲੋਕਾਂ ਦੇ ਅੰਦਰ ਇੱਕ ਡਰ ਸੀ, ਦਹਿਸ਼ਤ ਸੀ ਕਿ ਲਾਕਡਾਊਨ ਸ਼ਾਇਦ 1 ਤਰੀਕ ਤੋਂ ਲੱਗ ਜਾਵੇ, ਉਸ ਨੂੰ ਉਹਨਾਂ ਨੇ ਮੂਲੋਂ ਇੱਕ ਵਾਰ ਰੱਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਲਾਕਡਾਊਨ ਕਰੋਨਾ ਨੂੰ ਖ਼ਤਮ ਕਰਨ ਦਾ ਕੋਈ ਬਿਲਕੁਲ 100% ਵੀ ਇਹ ਇਸ ਤਰ੍ਹਾਂ ਦਾ ਕੋਈ ਤਰੀਕਾ ਨਹੀਂ ਹੈ। ਵੀ ਉਹਨਾਂ ਨੇ ਲਾਕਡਾਊਨ ਕਰਨ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ, ਪਰ ਉਹਨਾਂ ਨੇ ਕੁਝ ਨਵੇਂ ਫੈਸਲੇ ਲਏ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਕੰਟੋਨਮੈਂਟ ਜ਼ੋਨ ਨੇ ਉਹਨਾਂ ਦੇ ਵਿੱਚ 100% ਟੈਸਟ ਕੀਤੇ ਜਾਣਗੇ, ਉਹਨਾਂ ਦੇ ਵਿੱਚ ਸਖਤਾਈ ਕੀਤੀ ਜਾਏਗੀ। ਜਿਹੜੇ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਕਰੋਨਾ ਦਾ ਜ਼ਿਆਦਾ ਪ੍ਰਕੋਪ ਹੈ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਸਖਤੀ ਵੀ ਕੀਤੀ ਜਾਏਗੀ। ਅਤੇ ਉਹਨਾਂ ਨੇ ਇੱਕ ਆਰਜੀ ਹਸਪਤਾਲ ਬਣਾਉਣ ਦੀ ਗੱਲ ਵੀ ਕਹੀ ਹੈ ਕਿ ਇੱਕ ਆਰਜੀ ਹਸਪਤਾਲ ਸਥਾਪਿਤ ਕੀਤਾ ਜਾਏਗਾ। ਅਤੇ ਉਹਨਾਂ ਨੇ ਪੁਰਾਣੇ ਜਿਹੜੇ ਰਿਟਾਇਰ ਹੋ ਚੁੱਕੇ ਸਟਾਫ ਹੈ, ਜਿਨ੍ਹਾਂ ਦੇ ਵਿੱਚ ਡਾਕਟਰਸ ਨੇ ਜਾਂ ਨਰਸਿਸ ਨੇ ਜਾਂ ਜਿਹੜਾ ਹੋਰ ਵੀ ਇਸ ਤਰ੍ਹਾਂ ਸਿਹਤ ਨਾਲ ਸੰਬੰਧਿਤ ਜਿਹੜਾ ਸਟਾਫ ਹੈ, ਉਹਨਾਂ ਦੀਆਂ ਸੇਵਾਵਾਂ ਲੈਣ ਦੀ ਗੱਲ ਕਹੀ ਹੈ ਕਿ ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪੰਜਾਬ ਦੇ ਟੀਕਾਕਰਨ ਦਾ ਜਿਹੜਾ ਹੈ ਨਵੀਂ ਅੱਜ ਤੋਂ ਸ਼ੁਰੂ ਕੀਤਾ ਜਾਣਾ ਸੀ 18 ਸਾਲ ਤੋਂ ਲੈ ਕੇ 45 ਸਾਲ ਤੱਕ ਦੀ ਉਮਰ ਵਾਲਿਆਂ ਲਈ, ਉਹ ਫਿਲਹਾਲ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ। ਕਾਰਨ ਉਸ ਦਾ ਇਹ ਹੈ ਕਿਉਂਕਿ ਜਿਹੜੀ ਕਰੋਨਾ ਵੈਕਸੀਨ ਹੈ ਉਸ ਦੀ ਘਾਟ ਪਾਈ ਜਾ ਰਹੀ ਹੈ। ਉਹ ਕਹਿੰਦੇ ਕਿ ਜਦੋਂ ਤੱਕ ਜਿਹੜੀ ਕਰੋਨਾ ਵੈਕਸੀਨ ਨਹੀਂ ਪਹੁੰਚਦੀ ਉਦੋਂ ਤੱਕ 18 ਸਾਲ ਦੇ ਉਮਰ ਗਰੁੱਪ ਨੂੰ ਜਿਹੜੇ ਲਗਾਈ ਜਾਣੀ ਸੀ ਵੈਕਸੀਨ, ਉਹ ਨਹੀਂ ਵੈਕਸੀਨ ਅਜੇ ਦਿੱਤੀ ਜਾਏਗੀ। ਫਿਲਹਾਲ ਇਸ ਨੂੰ ਮੁਲਤਵੀ ਅਗਲੇ ਹੁਕਮਾਂ ਤੱਕ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਦੂਸਰਾ ਜਿਹੜਾ ਹੈ ਉਹਨਾਂ ਦਾ ਚੀਨ ਨੇ। ਚੀਨ ਸਾਡਾ ਗਵਾਂਢੀ ਮੁਲਕ ਹੈ, ਜਿਸ ਦੇ ਨਾਲ ਸਾਡਾ ਕਾਫੀ ਉਹਨੂੰ ਕਈ ਵਾਰੀ ਇਸ ਤਰ੍ਹਾਂ ਲੱਗਦਾ ਕਿ ਸਾਡਾ ਬਹੁਤ ਵੱਡਾ ਦੁਸ਼ਮਣ ਹੈ। ਕਈ ਵਾਰੀ ਅਸੀਂ ਦੋਸਤੀ ਦੀ ਗੱਲ ਕਰਦੇ ਹਾਂ ਅਤੇ ਉਹਨਾਂ ਨਾਲ ਪਿੱਛੇ ਜਿਹੜਾ ਪਿਛਲੇ ਸਾਲ ਜੋ ਵਾਪਰਿਆ, ਉਹਨਾਂ ਦੇ ਜਿਹੜੀ ਫੌਜ ਸੀ ਉਸ ਨੇ ਸਾਡੀਆਂ ਹੱਦਾਂ ਦੇ ਅੰਦਰ ਆ ਕੇ ਪ੍ਰਵੇਸ਼ ਕੀਤਾ ਅਤੇ ਸਾਡੇ ਬਹੁਤ ਸਾਰੇ ਇਹਨਾਂ ਨੇ ਨੌਜਵਾਨ ਸ਼ਹੀਦ ਵੀ ਕੀਤੇ ਫੌਜੀ। ਅਤੇ ਉਸ ਵੇਲੇ ਜਿਹੜਾ ਭਾਰਤ ਹੈ ਉਸ ਨੇ ਬੜਾ ਸਖਤ ਰੁਖ ਅਪਣਾਇਆ। ਬਹੁਤ ਸਾਰੇ ਜਿਹੜੇ ਚੀਨ ਦੇ ਐਪਸ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਚੀਨ ਦੇ ਨਾਲ ਵਪਾਰਕ ਸਮਝੌਤੇ ਵੀ ਤੋੜ ਲਏ ਗਏ। ਪਰ ਅੱਜ ਕਰੋਨਾ ਦੇ ਪ੍ਰਕੋਪ ਨੂੰ ਦੇਖਦਿਆਂ ਹੋਇਆਂ ਚੀਨ ਦੇ ਜਿਹੜੇ ਰਾਸ਼ਟਰਪਤੀ ਨੇ ਸ਼ੀ ਜਿਨਪਿੰਗ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਵੱਲੋਂ ਸੰਦੇਸ਼ ਭੇਜਿਆ। ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜਾ ਚੀਨ ਹੈ ਉਹ ਇਸ ਮੌਕੇ ਦੇ ਉੱਤੇ ਭਾਰਤ ਦੀ ਸਹਾਇਤਾ ਕਰਨ ਲਈ ਤਿਆਰ ਹੈ। ਉਹਨਾਂ ਨੇ ਆਪਣੇ ਵੱਲੋਂ ਸਹਾਇਤਾ ਦੇ ਲਈ ਜਿਹੜਾ ਉਹ ਅੱਗੇ ਹੱਥ ਵਧਾਇਆ। ਇਸ ਨੂੰ ਸਾਡਾ ਦੇਸ਼ ਜਿਹੜਾ ਭਾਰਤ ਹੈ ਉਹ ਪ੍ਰਵਾਨ ਕਰਦਾ ਨਹੀਂ ਕਰਦਾ, ਇਹ ਬਾਅਦ ਦੀ ਗੱਲ ਹੈ, ਪਰ ਇੱਕ ਵਾਰ ਚੀਨ ਦੇ ਰਾਸ਼ਟਰਪਤੀ ਨੇ ਸਹਾਇਤਾ ਦੇਣ ਦੀ ਗੱਲ ਕੀਤੀ ਹੈ। ਇਸ ਤੋਂ ਨਾਲ ਹੀ ਹਰਿਆਣੇ ਦੇ ਵਿੱਚ ਜਿਹੜਾ ਲਾਕਡਾਊਨ ਹੈ ਉਹ 9 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਕਾਫੀ ਜਿਹੜਾ ਕਰੋਨਾ ਹੈ ਉਸ ਦੇ ਮਰੀਜ਼ ਬਹੁਤ ਜ਼ਿਆਦਾ ਨੇ, ਉੱਥੇ ਉਹ ਬਹੁਤ ਤੇਜ਼ੀ ਨਾਲ ਫੈਲ ਰਿਹਾ। ਉਹਨਾਂ ਦੇ ਵਿੱਚ 3 ਮਈ ਤੱਕ ਜਿਹੜਾ ਅੱਜ ਤੋਂ ਰਾਤ ਨੂੰ ਹੁਣ ਸ਼ਾਮ ਤੋਂ 3 ਤਰੀਕ ਸਵੇਰੇ 5 ਵਜੇ ਤੱਕ ਜਿਹੜਾ ਹੈ ਉਹ ਲਾਕਡਾਊਨ ਲਾ ਦਿੱਤਾ ਗਿਆ। ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪੰਚਕੂਲਾ, ਗੁਰੂਗ੍ਰਾਮ, ਸਿਰਸਾ, ਕਰਨਾਲ, ਫਰੀਦਾਬਾਦ, ਹਿਸਾਰ, ਸੋਨੀਪਤ, ਰੋਹਤਕ ਅਤੇ ਫਤਿਆਬਾਦ ਇਹ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ 3 ਤੱਕ ਜਿਹੜਾ ਹੈ ਉਹ ਲਾਕਡਾਊਨ ਰਹੇਗਾ। ਇਸ ਤੋਂ ਬਾਅਦ ਅੱਗੇ ਕੀ ਸੰਭਾਵਨਾ ਹੈ? ਫਿਲਹਾਲ ਜਿਵੇਂ ਕਿ ਸਕੂਲਸ ਨੇ, ਕਾਲਜ ਨੇ, ਜਾਂ ਜਿੰਨੇ ਵੀ ਟ੍ਰੇਨਿੰਗ ਸੈਂਟਰ ਨੇ, ਕੋਚਿੰਗ ਸੈਂਟਰਸ ਨੇ, ਜਿਹਨਾਂ IELTS ਵਾਲੇ ਵੀ ਆਉਂਦੇ ਆ, ਉਹਨਾਂ ਸਾਰੇ ਸੈਂਟਰਾਂ ਨੂੰ 30 ਮਈ ਤੱਕ ਕੱਲ੍ਹ ਹੀ ਆਪਣੇ ਵੱਲੋਂ ਹੁਕਮ ਜਾਰੀ ਕਰਕੇ ਹਰਿਆਣਾ ਸਰਕਾਰ ਨੇ ਉਹ ਬੰਦ ਕਰਵਾ ਦਿੱਤੇ ਸੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਬੈਂਕਾਂ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਕਰੋਨਾ ਨੂੰ ਦੇਖਦੇ ਹੋਏ, ਕਿਉਂਕਿ ਜਿਹੜਾ ਪਹਿਲਾਂ ਬੈਂਕਾਂ ਦਾ ਸਮਾਂ ਸੀ ਉਹ ਭਾਵੇਂ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਸੀ, ਪਰ ਜਿਹੜਾ ਪੇਮੈਂਟਸ ਦਾ ਕੰਮ ਸੀ, ਜਿਹੜੀਆਂ ਅਦਾਇਗੀਆਂ ਕੀਤੀਆਂ ਜਾਂਦੀਆਂ ਸੀ, ਉਹ 1 ਵਜੇ ਤੋਂ ਬਾਅਦ 2 ਵਜੇ ਤੱਕ, 2 ਵਜੇ ਤੋਂ ਬਾਅਦ ਫਿਰ ਲੰਚ ਟਾਈਮ ਹੁੰਦਾ ਸੀ, ਅਤੇ 3 ਤੋਂ 4 ਤੱਕ ਫਿਰ 1 ਘੰਟਾ ਜਿਹੜਾ ਕੰਮ ਕੀਤਾ ਜਾਂਦਾ ਸੀ। ਪਰ ਕਰੋਨਾ ਨੂੰ ਦੇਖਦਿਆਂ ਹੋਇਆਂ ਕਾਫੀ ਦੇਰ ਤੋਂ ਜਿਹੜਾ ਬੈਂਕਿੰਗ ਸਟਾਫ ਸੀ ਉਹਨਾਂ ਦੀ ਮੰਗ ਸੀ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿਹੜਾ ਸਮਾਂ ਹੈ ਸ਼ਾਮ ਨੂੰ ਘਟਾਇਆ ਜਾਵੇ। ਪਬਲਿਕ ਜਿਹੜੀ ਡੀਲਿੰਗ ਹੈ ਇਸ ਨੂੰ ਲੈ ਕੇ ਅੱਜ ਇਹ ਫੈਸਲਾ ਕੀਤਾ ਗਿਆ ਕਿ ਬੈਂਕ ਚਾਹੇ ਉਹ ਪ੍ਰਾਈਵੇਟ ਹੋਣ
ਚਾਹੇ ਉਹ ਨੈਸ਼ਨਲਾਈਜ਼ ਹੋਣ ਜਾਂ ਸਰਕਾਰੀ ਹੋਣ, ਕਿਸੇ ਤਰ੍ਹਾਂ ਦਾ ਕੋਈ ਬੈਂਕ ਆ ਉਹਦੇ ਜਿਹੜਾ ਲੈਣ ਦੇਣ ਹੋਏਗਾ, ਅਦਾਇਗੀ ਹੋਏਗੀ, ਪੋਲੋ ਡੀਲਿੰਗ ਹੋਏਗੀ, ਉਹ ਕੇਵਲ 2 ਵਜੇ ਤੱਕ ਹੋਏਗੀ। 2 ਵਜੇ ਤੋਂ ਬਾਅਦ ਜਿਹੜਾ 3 ਤੋਂ 4 ਵੇਲਾ ਸ਼ਾਮ ਦਾ ਜਿਹੜਾ ਟਾਈਮ ਸੀ ਉਸ ਨੂੰ ਇੱਕ ਵਾਰ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਗੁਰਨਾਮ ਸਿੰਘ ਚੜੂਨੀ ਜਿਹੜੇ ਕਿ ਕਿਸਾਨ ਸੰਘਰਸ਼ ਮੋਰਚੇ ਦੇ ਵਿੱਚ ਬੜੇ ਗਰਮ ਖਿਆਲਾਂ ਦੇ ਤੇ ਬੜੇ ਬੇਬਾਕ ਜਿਹੜੇ ਨੇਤਾ ਮੰਨੇ ਜਾਂਦੇ ਨੇ, ਉਹਨਾਂ ਨੇ ਕੱਲ੍ਹ ਬੜਾ ਇੱਕ ਦਲੀਲ, ਠੋਸ ਦਲੀਲ ਦੇ ਨਾਲ ਇੱਕ ਗੱਲ ਕਹੀ ਹੈ ਅਤੇ ਜਿਹੜੀ ਕਿ ਬਹੁਤ ਹੀ ਮਹੱਤਵ ਰੱਖਦੀ ਹੈ, ਕਿਉਂਕਿ ਇਸ ਨੂੰ ਪਹਿਲਾਂ ਅਜ਼ਮਾ ਕੇ ਵੇਖਿਆ ਜਾ ਚੁੱਕਾ ਹੈ। ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਕਰੋਨਾ ਪੀੜਤ ਨੇ, ਜਿਨ੍ਹਾਂ ਨੂੰ ਆਕਸੀਜਨ ਨਹੀਂ ਮਿਲਦੀ ਜਾਂ ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਮਿਲਦੇ, ਉੱਥੇ ਉਹ ਰੁੜ ਰਹੇ ਹੈ, ਉਹਨਾਂ ਦਾ ਕਿਤੇ ਵੀ ਇਲਾਜ ਨਹੀਂ ਹੋ ਰਿਹਾ, ਤਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਹੈ ਉਹ ਨਿਰਾਸ਼ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਜਿਹੜੇ ਉਹਨਾਂ ਦੇ ਹਲਕੇ ਦੇ MLA ਨੇ, ਵਿਧਾਇਕ ਨੇ ਜਾਂ MP ਨੇ, ਉਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ। ਜਦੋਂ ਇਹ ਲੋਕ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾਣਗੇ ਤਾਂ ਉਹਨੂੰ ਸੇਕ ਪਹੁੰਚੇਗਾ, ਤਾਂ ਪਤਾ ਲੱਗੇਗਾ। ਅਤੇ ਉਹਨਾਂ ਦੀ ਇਹ ਗੱਲ ਬੜੀ ਵਜ਼ਨਦਾਰ ਹੈ, ਕਿਉਂਕਿ ਜਦੋਂ ਉਹਨਾਂ ਦੇ ਘਰ ਦੇ ਵਿੱਚ ਲੋਕ ਜਾਣਗੇ ਤਾਂ ਹੀ ਉਹਨੂੰ ਪਤਾ ਲੱਗੇਗਾ ਕਿ ਕੀ ਸਥਿਤੀ ਬਣੀ ਹੋਈ ਹੈ। ਕਿਉਂਕਿ ਨਹੀਂ, ਫਿਲਹਾਲ ਜਿੰਨੇ ਵੀ ਇਹ ਮੰਤਰੀ ਨੇ ਉਹ ਚੁੱਪ-ਚਾਪ ਉਹ ਦੂਰ ਤੋਂ ਤਮਾਸ਼ਾ ਦੇਖਦੇ ਨੇ। ਕਿਉਂਕਿ ਇਹਦੇ ਤਜਰਬਾ ਕੀਤਾ ਗਿਆ ਸੀ ਸੰਗਰੂਰ ਦੇ ਵਿੱਚ ਨਸ਼ਿਆਂ ਸੰਬੰਧੀ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਰੋਕਥਾਮ ਦੇ ਲਈ, ਨਸ਼ਿਆਂ ਨੂੰ ਰੋਕਣ ਦੇ ਲਈ ਜਿਹੜੀ ਮੁਹਿੰਮ ਚੱਲ ਰਹੀ ਹੈ ਇਸ ਟਾਈਮ, ਉਹ ਮੁਹਿੰਮ ਦੀ ਅਸਲ ਦੇ ਵਿੱਚ ਜੇ ਕਹੀਏ ਤਾਂ ਜਿਹੜੀ ਸ਼ੁਰੂਆਤ ਹੈ ਉਹ ਪੰਜਾਬ ਦੇ ਵਿੱਚੋਂ ਹੀ, ਸੰਗਰੂਰ ਦੇ ਵਿੱਚੋਂ ਮੰਨੀ ਜਾਂਦੀ ਹੈ। ਕਿਉਂਕਿ ਬਹੁਤ ਸਾਲ ਪਹਿਲਾਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਤਿਆਰ ਕੀਤੀ ਗਈ। ਉਸ ਫਾਊਂਡੇਸ਼ਨ ਦੇ ਵਿੱਚ 2 ਨੌਜਵਾਨ ਨੇ, ਜਗਦੀਪ ਸਿੰਘ ਗੁਜਰਾਂ ਅਤੇ ਉਸ ਦੇ ਨਾਲ ਸੁਖਬੀਰ ਸਿੰਘ ਕਾਮਰੇਡ, ਉਹਨਾਂ ਨੇ ਇਹਦੀ ਬਾਗਡੋਰ ਸੰਭਾਲੀ ਅਤੇ ਇਹਨਾਂ ਦਾ ਇੱਕੋ ਹੀ ਮੰਤਵ ਸੀ ਕਿ ਜਿਹੜੇ ਨਸ਼ੇ ਆ ਉਹਨਾਂ ਨੂੰ ਜੜੋਂ ਪੁੱਟਿਆ ਜਾਵੇ। ਉਹਨਾਂ ਦੇਖਿਆ ਕਿ ਨਸ਼ੇ ਜਿਹੜੇ ਹੈ, ਮੈਡੀਕਲ ਨਸ਼ਿਆਂ ਵੱਲ ਉਹਨਾਂ ਨੇ ਪਹਿਲੀ ਪਲਾਂਘ ਪੱਟੀ। ਜਿਹੜੇ ਨਸ਼ੇ ਸੀ ਉਹ ਜਿਹੜੇ ਮੈਡੀਕਲ ਸਟੋਰਸ ਵਾਲੇ ਵੇਚਦੇ ਸੀ, ਕਿਉਂਕਿ ਉਹਨਾਂ ਨੇ ਉਹਨਾਂ ਦੁਕਾਨਾਂ ਦੇ ਅੱਗੇ ਜਾ ਕੇ ਧਰਨੇ ਲਾਉਣੇ ਸ਼ੁਰੂ ਕੀਤੇ। ਕਿਉਂਕਿ ਜਦੋਂ ਉਹਨਾਂ ਨੇ ਦੁਕਾਨਾਂ ਦੇ ਅੱਗੇ ਧਰਨੇ ਲੱਗੇ, ਉਹਨਾਂ ਨੂੰ ਪਹਿਲਾਂ ਜਾ ਕੇ ਕਿਹਾ ਗਿਆ ਵੀ ਤੁਸੀਂ ਇਹ ਕੰਮ ਬੰਦ ਕਰ ਦਿਓ, ਇਹ ਮੈਡੀਕਲ ਜਿਹੜੇ ਨਸ਼ੇ ਨੇ ਇਹ ਨਾ ਵੇਚੋ, ਤੁਹਾਡੇ ਕੋਲ ਜਨਤਾ ਆਉਂਦੀ ਆ ਉਹ ਮੈਡੀਕਲ ਨਸ਼ੇ ਖਰੀਦ ਕੇ ਲੈ ਕੇ ਜਾਂਦੀ ਆ, ਤੁਸੀਂ ਜਿਹੜੀ ਨੌਜਵਾਨੀ ਸਾਡੀ ਆ ਉਹਨੂੰ ਬਰਬਾਦ ਕਰ ਰਹੇ ਹੋ। ਜਦੋਂ ਉਹਨਾਂ ਦੇ 2-3 ਵਾਰ ਵੀ ਸਮਝਾਉਣ 'ਤੇ ਜਦੋਂ ਜਿਹੜੇ ਮੈਡੀਕਲ ਸਟੋਰਸ ਵਾਲੇ ਸੀ ਜਦੋਂ ਉਹ ਨਾ ਸਮਝੇ, ਤਾਂ ਉਹਨਾਂ ਨੇ ਇਸ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵੱਲੋਂ ਉਹਨਾਂ ਦੁਕਾਨਾਂ ਦੇ ਅੱਗੇ ਪੱਕੇ ਤੌਰ 'ਤੇ ਧਰਨੇ ਲਾ ਦਿੱਤੇ ਗਏ। ਤਾਂ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਉਹਨਾਂ ਦੇ ਵਿਰੁੱਧ ਜਿਹੜੀ ਨਾਅਰੇਬਾਜ਼ੀ ਕੀਤੀ ਗਈ। ਜਦੋਂ ਦੁਕਾਨ ਦੇ ਅੱਗੇ ਜਾ ਕੇ ਬੈਠ ਗਏ ਤਾਂ ਉੱਥੇ ਜਿਹੜੇ ਨਸ਼ਾ ਲੈਣ ਵਾਲੇ ਸੀ ਜਾਂ ਹੋਰ ਕਾਫੀ, ਉਹਨਾਂ ਨੂੰ ਉੱਥੇ ਜਾਣਾ ਵੀ ਮੁਸ਼ਕਲ ਹੋ ਗਿਆ। ਅਤੇ ਇਸ ਗੱਲ ਤੋਂ ਉਹਨਾਂ ਨੇ ਅਖੀਰ ਦੇ ਵਿੱਚ ਹਾਰ ਮੰਨਦੇ ਹੋਏ ਉਹਨਾਂ ਨੇ ਇਸ ਤਰ੍ਹਾਂ ਨਸ਼ੇ ਵੇਚਣੇ ਬੰਦ ਕਰ ਦਿੱਤੇ। ਉਹ ਕਹਿੰਦੇ ਵੀ ਅਸੀਂ ਕਹੀ ਜਾਂਦੇ ਹਾਂ, ਪਰ ਉਹਨਾਂ ਦੇ ਜਿਹੜੇ ਕੰਨਾਂ 'ਤੇ ਜੂੰ ਨਹੀਂ ਸਰਕਦੀ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜੇਕਰ ਤੁਸੀਂ ਧਰਨਾ DC ਦਫ਼ਤਰ ਜਾ ਕੇ ਲਾਤਾ ਅਤੇ ਉਹ ਉੱਥੇ ਦੁਕਾਨ ਦੇ ਉੱਤੇ ਨਸ਼ੇ ਵੇਚੀ ਜਾ ਰਹੇ ਆ। ਤੁਸੀਂ ਕਿਸੇ ਚੌਂਕ ਦੇ ਵਿੱਚ ਜਾ ਕੇ ਧਰਨਾ ਲਾਤਾ, ਉੱਥੇ ਆਮ ਪਬਲਿਕ ਜਿਹੜੀ ਹੈ ਉਹ ਦੁਖੀ ਹੋ ਰਹੀ ਹੈ, ਪਰ ਦੂਸਰੇ ਪਾਸੇ ਜਿਹੜੇ ਹੈ ਉਹ ਨਸ਼ਾ ਉਸ ਤਰ੍ਹਾਂ ਵੇਚੀ ਜਾ ਰਹੇ ਆ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਸਾਡੇ 'ਤੇ ਜਿਹੜਾ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ, ਸਾਡੇ ਵਿਰੁੱਧ ਮੁਜ਼ਾਹਰਾ ਕੀਤਾ ਜਾ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਪਰ ਜਦੋਂ ਉਹਨਾਂ ਦੀਆਂ ਦੁਕਾਨਾਂ ਦੇ ਅੱਗੇ ਜਾ ਕੇ ਧਰਨੇ ਲਾਏ ਗਏ ਤਾਂ ਉਸ ਸਮੇਂ ਉਹਨਾਂ ਨੂੰ ਸੇਕ ਪਹੁੰਚਿਆ ਅਤੇ ਉਹਨਾਂ ਨੇ ਜਿਹੜੇ ਨਸ਼ੇ ਵੇਚਣੇ ਸੀ ਬੰਦ ਕਰ ਦਿੱਤੇ। ਅਤੇ ਇੱਥੋਂ ਤੱਕ ਕਿ ਜਿਨ੍ਹਾਂ ਨੇ ਇੰਨਾ ਹੋਣ ਦੇ ਬਾਵਜੂਦ ਵੀ ਨਾ ਨਸ਼ੇ ਵੇਚਣੇ ਬੰਦ ਕੀਤੇ ਤਾਂ ਉਹਨਾਂ ਨੂੰ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਵੀ ਆਉਣਾ ਪਿਆ। ਉਸ ਦਾ ਕਾਰਨ ਇਹ ਸੀ ਕਿਉਂਕਿ ਉਹ ਹਰ ਸਮੇਂ ਜਦੋਂ ਉਹਨਾਂ ਦੇ ਦੁਕਾਨਾਂ ਦੇ ਬਾਹਰ ਉਹਨਾਂ ਦੇ ਧਰਨੇ ਪੱਕੇ ਲਾ ਦਿੱਤੇ ਗਏ ਤਾਂ ਪਤਾ ਲੱਗ ਰਿਹਾ ਸੀ ਕਿ ਕਦੋਂ ਮਾਲ ਆ ਰਿਹਾ, ਕਦੋਂ ਜਾ ਰਿਹਾ, ਅਤੇ ਉਹਨਾਂ ਨੂੰ ਜਿਹੜੇ ਹੈ ਮਾਲ ਫੜਨ ਤੋਂ ਬਾਅਦ ਉਹਦੇ ਅੰਦਰ ਦੁਕਾਨਾਂ ਦੇ ਵਿੱਚੋਂ ਨਸ਼ੇ ਫੜਨ ਤੋਂ ਬਾਅਦ ਉਹਨਾਂ ਦੇ ਉੱਤੇ ਕੇਸ ਦਰਜ ਕੀਤੇ ਗਏ ਅਤੇ ਬਹੁਤ ਵੱਡੀ ਇਸ ਦੇ ਨਾਲ ਠੱਲ ਪਈ। ਇਹੀ ਜੇ ਅਸੀਂ ਕਹੀਏ ਗੁਰਨਾਮ ਸਿੰਘ ਚੜੂਨੀ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਉੱਥੇ ਹਸਪਤਾਲਾਂ ਦੇ ਵਿੱਚ ਰੁੜ ਰਹੇ ਹਾਂ, ਉੱਥੇ ਆਪਣੇ ਨਜ਼ਦੀਕੀਆਂ ਦੀਆਂ, ਰਿਸ਼ਤੇਦਾਰ ਦੀਆਂ, ਪਰਿਵਾਰਕ ਮੈਂਬਰਾਂ ਦੀਆਂ ਅਸੀਂ ਉੱਥੇ ਜਾਨਾਂ ਜਾ ਰਹੀਆਂ ਨੇ, ਅਤੇ ਉੱਥੇ ਜਾਨਾਂ ਗਵਾਉਣ ਨਾਲ ਜਦੋਂ ਸਾਨੂੰ ਉੱਥੇ ਕੋਈ ਸਹੂਲਤ ਹੀ ਨਹੀਂ ਮਿਲ ਰਹੀ ਤਾਂ ਇਸ ਤੋਂ ਚੰਗੀ ਗੱਲ ਇਹ ਹੈ ਕਿ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੇ ਨੂੰ, ਕਿਉਂਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਸਾਡੇ ਸਰਕਾਰੀ ਅਸੀਂ ਉਹਨੂੰ ਤੰਤਰ ਦੇ ਵਿੱਚ ਉਹਨਾਂ ਨੂੰ ਚੁਣ ਕੇ ਭੇਜਦੇ ਹਾਂ, ਸਾਡੀ ਉਹ ਪ੍ਰਤੀਨਿਧਤਾ ਕਰਦੇ ਨੇ, ਅਤੇ ਜੇ ਉਹ ਸਾਡੀ ਪ੍ਰਤੀਨਿਧਤਾ ਕਰਦੇ ਆ ਤਾਂ ਉਹ ਸਾਡੀਆਂ ਸਮੱਸਿਆਵਾਂ ਨੂੰ ਹੱਲ ਉਹਨਾਂ ਨੇ ਕਿਉਂ ਨਹੀਂ ਕੀਤਾ, ਇਹਦੇ ਪ੍ਰਬੰਧ ਕਿਉਂ ਨਹੀਂ ਕੀਤੇ। ਇਸ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉੱਥੇ ਸ਼ਮੂਲੀਅਤ ਕੀਤੀ ਜਾਵੇ, ਉੱਥੇ ਜਾ ਕੇ ਉਹਨਾਂ ਦੇ ਸਾਹਮਣੇ ਘਰਾਂ ਦੇ ਵਿੱਚ ਦਾਖਲ
ਹੋਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ। ਕਰੋਨਾ ਦੇ ਕਹਿਰ ਦੇ ਨਾਲ ਬੜੀ ਜਿਹੜੀ ਹੈ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਬਹੁਤ ਸਾਰਿਆਂ ਨੂੰ ਦੁੱਖ ਪਹੁੰਚਿਆ ਇਸ ਗੱਲ ਦਾ ਕਿ ਨੌਜਵਾਨ ਪੱਤਰਕਾਰ ਆਜ ਤੱਕ ਚੈਨਲ ਦੇ ਸੀਨੀਅਰ ਪੱਤਰਕਾਰ ਸੀ, ਉਹ ਕਰੋਨਾ ਦੇ ਕਰਕੇ ਹਸਪਤਾਲ ਦੇ ਵਿੱਚ ਐਡਮਿਟ ਸੀ, ਪਰ ਕਰੋਨਾ ਦੇ ਚੱਲਦਿਆਂ ਹੀ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਹੈ। ਸ਼੍ਰੀ ਰੋਹਿਤ ਸਰਦਾਨਾ ਜਿਹੜੇ ਕਿ ਆਜ ਤੱਕ ਦੇ ਬੜੇ ਲੰਬੇ ਸਮੇਂ ਤੋਂ ਇਸ ਦੇ ਨਾਲ ਕੰਮ ਕਰ ਰਹੇ ਸੀ, ਬੜੇ ਬੇਬਾਕ ਬਹੁਤ ਅੱਛੇ ਪੱਤਰਕਾਰ ਸੀ, ਨੌਜਵਾਨ ਪੱਤਰਕਾਰ ਸੀ, ਉਹ ਕਰੋਨਾ ਨੇ ਉਹਨਾਂ ਨੂੰ ਵੀ ਆਪਣੇ ਨਿਗਲ ਲਿਆ ਅਤੇ ਇਸ ਦੇ ਨਾਲ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਬਹੁਤ ਸਾਰੇ, ਕਿਉਂਕਿ ਉਹ ਬਹੁਤ ਅੱਛੇ ਪੱਤਰਕਾਰ ਸਨ, ਉਹਨਾਂ ਨਾਲ ਬੜੀ ਨੇੜਤਾ ਸੀ ਸਾਰੇ ਪੱਤਰਕਾਰ ਭਾਈਚਾਰੇ ਦੀ, ਅਤੇ ਸਾਰਿਆਂ ਨੇ ਬੜਾ ਮਹਿਸੂਸ ਕੀਤਾ। ਉਹ ਆਪਣੇ ਪਿੱਛੇ 2 ਬੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਛੱਡ ਗਏ ਨੇ, ਜਿਨ੍ਹਾਂ ਨੂੰ ਕਦੇ ਵੀ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਪਿਆ। ਇਸ ਦੇ ਨਾਲ ਪੱਤਰਕਾਰਤਾ ਖੇਤਰ ਨੂੰ ਬਹੁਤ ਵੱਡਾ ਘਾਟਾ ਪਿਆ। ਇਸ ਦੇ ਨਾਲ ਖਾਸ ਖਬਰ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ। ਜਿਹੜੇ ਕਿਸਾਨ ਸੀ ਉਹ ਟਰੈਕਟਰਾਂ ਨਾਲ ਵਹੀਰਾਂ ਘੱਤ ਕੇ ਗਏ, ਪੁਲਿਸ ਦੇ ਨਾਲ ਜਫਾ ਵੀ ਪਿਆ, ਪੁਲਿਸ ਦੇ ਨਾਲ ਆਮੋ ਸਾਹਮਣੇ ਉਹਨਾਂ ਨਾਲ ਹੱਥੋਂ-ਪਾਈ ਵੀ ਹੋਈ, ਪਰ ਅਖੀਰ ਜਿਹੜਾ ਉਹ ਕਿਸਾਨਾਂ ਨੇ ਮੋਤੀ ਮਹਿਲ ਨੂੰ ਘੇਰ ਲਿਆ। ਇਹ ਉਹ ਕਿਸਾਨ ਸਨ ਜਿਹੜੇ ਕਿ ਲੰਬੇ ਸਮੇਂ ਤੋਂ ਜਿਹੜੇ ਧਰਨਿਆਂ ਦੇ ਉੱਤੇ ਬੈਠੇ ਸਨ, ਜਿਹੜੇ ਹੈ DC ਦਫ਼ਤਰ ਉੱਥੇ ਬੈਠੇ ਸੀ, ਕਿਉਂਕਿ ਜਿਹੜੀ ਹੈ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ, ਉਹਨਾਂ ਜ਼ਮੀਨ ਬਚਾਓ ਕਮੇਟੀ ਜਿਹੜੀ ਸੰਘਰਸ਼ ਕਮੇਟੀ ਸੀ ਉਹਨਾਂ ਨਾਲ ਸੰਬੰਧਿਤ ਇਹ ਜਿਹੜਾ ਧਰਨਾ ਚੱਲ ਰਿਹਾ ਸੀ। ਉਹਨਾਂ ਦੇ ਬਹੁਤ ਸਾਰੇ ਪੰਜਾਬ ਤੋਂ ਪੂਰੇ ਪੰਜਾਬ ਦੇ ਜਿਹੜੇ ਕਿਸਾਨਾਂ ਨੇ ਅੱਜ ਪਟਿਆਲਾ ਵਿਖੇ ਪਰਾ ਚੌਂਕ ਤੋਂ ਉੱਧਰ ਨੂੰ ਕੂਚ ਕੀਤਾ ਆਪਣੇ ਟਰੈਕਟਰਾਂ ਦੇ ਨਾਲ। ਵੱਡੀ ਗਿਣਤੀ ਦੇ ਵਿੱਚ ਸੜਕਾਂ ਜਾਮ ਹੋ ਗਈਆਂ ਅਤੇ ਉਹਨਾਂ ਨੂੰ ਪੁਲਿਸ ਨੇ ਰੋਕਣਾ ਚਾਹਿਆ, ਪਰ ਅਖੀਰ ਦੇ ਵਿੱਚ ਉਹ ਆਪਣੇ ਧੱਕੇ ਨਾਲ ਸਾਰੇ ਬੈਰੀਕੇਡ ਤੋੜਦੇ ਹੋਏ ਪੁਲਿਸ ਦੇ ਨਾਲ ਹੱਥੋਂ ਪਾਈ ਹੁੰਦੇ ਉਹ ਉਹਨਾਂ ਨੇ ਜਾ ਕੇ ਜਿਹੜਾ ਮੋਤੀ ਮਹਿਲ ਨੂੰ ਘੇਰਾ ਪਾ ਲਿਆ। ਇਸ ਤਰ੍ਹਾਂ ਦੀ ਸਥਿਤੀ ਚੱਲ ਰਹੀ ਹੈ ਜਦੋਂ ਕਰੋਨਾ ਦਾ ਪ੍ਰਕੋਪ ਜਾਰੀ ਹੈ। ਦੂਸਰੇ ਪਾਸੇ ਥਾਂ ਥਾਂ 'ਤੇ ਇਸ ਤਰ੍ਹਾਂ ਧਰਨੇ ਵੀ ਚੱਲ ਰਹੇ ਨੇ, ਜਿਵੇਂ ਕਿ ਜਿਹੜੇ ਨੌਜਵਾਨ ਸੰਘਰਸ਼ ਕਰ ਰਹੇ ਹੈ, ਕਾਫੀ ਦੇਰ ਤੋਂ ਧਰਨੇ ਦੇ ਉੱਤੇ ਬੈਠੇ, ਜਿਵੇਂ UTT ਅਧਿਆਪਕ ਨੇ, ਦੂਸਰੇ ਸਾਂਝਾ ਮੁਲਾਜ਼ਮ ਫਰੰਟ ਹੈ ਉਹ ਬੈਠੇ ਹੈ। ਬਹੁਤ ਸਾਰੀ ਜਥੇਬੰਦੀਆਂ ਅੱਜ ਦੇ ਇਸ ਕਰੋਨਾ ਦੇ ਦਰਮਿਆਨ ਆਪਣੇ ਵੱਲੋਂ ਆਪਣੀਆਂ ਮੰਗਾਂ ਦੇ ਲਈ, ਆਂਗਣਵਾੜੀ ਵਰਕਰਸ ਉਹ ਲਗਾਤਾਰ ਉਹਨਾਂ ਨੇ ਸੰਗਰੂਰ ਦੇ ਵਿੱਚ ਧਰਨਾ ਲਾਇਆ ਹੋਇਆ ਪੱਕੇ ਤੌਰ 'ਤੇ ਸਿੱਖਿਆ ਮੰਤਰੀ ਪੰਜਾਬ ਵਿਜੇਂਦਰ ਸਿੰਗਲਾ ਦੀ ਕੋਠੀ ਦੇ ਬਾਹਰ। ਅਤੇ ਇਸ ਤਰ੍ਹਾਂ ਦੇ ਚਲਦਿਆਂ ਜਿਹੜਾ ਕਰੋਨਾ ਵਾਇਰਸ ਦੇ ਚਲਦਿਆਂ ਲੋਕਾਂ ਨੇ ਆਪਣਾ ਸੰਘਰਸ਼ ਵੀ ਆਪਣੀਆਂ ਹੱਕੀ ਮੰਗਾਂ ਦੇ ਲਈ ਜਾਰੀ ਰੱਖਿਆ ਹੋਇਆ ਹੈ। ਦੇਖੋ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ। ਕੱਲ੍ਹ ਨੂੰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਰੋਜ਼ਾਨਾ ਜੁੜਦੇ ਹੋ। ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਮਨਜੀਤ ਸਿੰਘ ਬਹੁਤ ਅੱਛੇ, ਸਤਿ ਸ਼੍ਰੀ ਅਕਾਲ। ਤੁਸੀਂ ਸਾਡੇ ਨਾਲ ਵਰਲਡ ਮੀਡੀਆ USA ਨਾਲ ਜੁੜੇ ਹੋ। ਸ਼ਾਮ ਨੂੰ ਤਾਜ਼ੀਆਂ ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਇਨਬਾਕਸ ਭੇਜ ਸਕਦੇ ਹੋ। ਵਰਲਡ ਮੀਡੀਆ USA YouTube ਚੈਨਲ ਉਸ ਨੂੰ ਸਬਸਕ੍ਰਾਈਬ ਕਰੋ। ਉਸ 'ਤੇ ਬਹੁਤ ਸਾਰੀਆਂ ਤੁਰੰਤ ਜਿਹੜੀਆਂ ਹੈਗੀਆਂ ਉਹ ਇੰਟੀਮੇਸ਼ਨਸ ਜਿਹੜੀਆਂ ਖਬਰਾਂ ਨੇ ਉਹ ਤੁਰੰਤ ਉਸ 'ਤੇ ਹਾਈਲਾਈਟ ਕੀਤੀਆਂ ਜਾਂਦੀਆਂ ਨੇ, ਜਦੋਂ ਵੀ ਪਬਲਿਸ਼ ਕਰ ਦਿੱਤੀਆਂ ਜਾਂਦੀਆਂ ਨੇ, ਜਦੋਂ ਵੀ ਕਿਸ ਤਰ੍ਹਾਂ ਦੀ ਕੋਈ ਨਵੀਂ ਘਟਨਾ ਆਉਂਦੀ ਹੈ। ਕੱਲ੍ਹ ਨੂੰ ਫਿਰ ਮਿਲਾਂਗੇ। ਇੱਕ ਵਾਰ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।